ਸਤਿ ਸ਼੍ਰੀ ਅਕਾਲ। मैं संदीप शर्मा एक बार फिर तुहाडे नाल रूबरू हो रहा है। सो इस बारे खड़े हैं असीं लुधियाना दे जिहड़े साडे MP रवनीत बिट्टू उन्हां दे घर दे बाहर, ते उत्थे देखिआ कि एक पोस्टर लग्या होया है MLA जिहदे ते लिखिआ होया है मेरे लोक अधिकार। जी हाँ, तो उत्थे बहुत सारे साडे भरा वीर खड़े है, एडवोकेट है जिद्दां दे कपड़िਆਂ तो लग रहा। सो लग रहा कि इन्हां नाल गलबात करते हैं कि प्रदर्शन कर रहे हैं अज शहीदी दिवस ते प्रदर्शन कर रहे रवनीत सिंह बिट्टू के घर के बाहर जिहड़े कि मैंबर पार्लीमेंट। जानते हैं कि ये मुद्दा। सर नमस्कार। नमस्कार संदीप जी, मैं एडवोकेट अरुण खुरमी, प्रेजिडेंट फाउंडर मेरे लोक अधिकार, जिन्होंने असीं शॉर्ट MLA का नाम दिता है। MLA का नाम इस करके दिता है कि असी लोगों को एक जागरूक करना चाहते हैं कि तुसी अपने MLA आप बनो। इन्हां जिहड़ी पब्लिक हैगी है जिहड़ी वोटां पा के इन्हां नूं कौंसलर MLA MP चुन दिंदी है, ये बनन तो बाद ना ही तां किसी दी सुनदे ने और फोन भी चकना मुनासिब नहीं समझते। असी पब्लिक नूं उन्हां दे अधिकार दे के उन्हां नूं एक MLA दे बराबर पावर देना, ਇਹਦੇ 'ਚ ਸਾਡਾ ਮੋਟਿਵ ਹੈ ਸਾਡੀ ਸੰਸਥਾ ਦੇ ਅੰਡਰ। ਇਹ ਸੰਸਥਾ ਤੁਸੀਂ ਦੇਖ ਤੁਹਾਡੇ ਕਹਿਣ ਦਾ ਮਤਲਬ ਹੁਣ MLA ਜਿਹੜੇ ਹੈਗੇ ਆ ਉਹ ਜਨਤਾ ਨਹੀਂ ਬਣਾਉਗੀ, ਤੁਸੀਂ ਬਣਾਓਗੇ? ਦੇਖੋ ਸਾਰੀ ਜਨਤਾ ਆਪਣੇ ਆਪ 'ਚ MLA ਆ। ਤੁਸੀਂ ਦੇਖਿਆ ਹੀ ਹੋਣਾ ਵਾ ਹੁਣ ਜਨਤਾ ਨੇ ਜਿਹੜੇ ਵੱਡੇ MLA ਬਣੇ ਫਿਰਦੇ ਸੀ, ਮੰਤਰੀ ਬਣੇ ਫਿਰਦੇ ਸੀਗੇ, ਜਨਤਾ ਨੇ ਭੁੰਜੇ ਬਿਠਾਤੇ। ਅੱਜ ਉਹ ਵਿਚਾਰੇ ਘਰ 'ਚ ਕੰਮ ਕਰਨ ਤੋਂ ਇਲਾਵਾ ਉਹਨਾਂ ਕੋਲ ਕੋਈ ਕੰਮ ਹੀ ਨਹੀਂ ਰਹਿ ਗਿਆ। ਉਹ ਹੁਣ ਉਹ ਕਾਹਦੇ MLA ਨੇ? MLA ਤਾਂ ਜਨਤਾ ਹੋਊਗੀ। ਫਿਰ ਅਸੀਂ ਉਹ ਜਨਤਾ ਨੂੰ ਉਹਨਾਂ ਦੇ ਜਿਹੜੇ ਅਧਿਕਾਰ ਨੇ, ਜਿਹੜੇ ਉਹਨਾਂ ਦੀਆਂ ਪਾਵਰਾਂ ਨੇ, ਅਸੀਂ ਉਹ ਉਹਨਾਂ ਨੂੰ ਡਾਇਰੈਕਟ ਉਹਨਾਂ ਦੇ ਹੱਥ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਆਪਣੀ ਸੰਸਥਾ ਵੱਲੋਂ। ਤੁਸੀਂ ਕਈ ਸੰਸਥਾਵਾਂ ਦੇਖੀਆਂ ਹੋਣੀਆਂ, ਹਜ਼ਾਰਾਂ ਸੰਸਥਾਵਾਂ ਚੱਲ ਰਹੀਆਂ ਨੇ ਪੰਜਾਬ 'ਚ, ਲੁਧਿਆਣੇ 'ਚ। ਇਹ ਜਿਹੜੀ ਸਾਡੀ ਸੰਸਥਾ ਦਾ ਜਿਹੜਾ ਕੰਮ ਹੈ, ਜਿਹੜਾ ਮੋਟਿਵ ਹੈ, ਇਹ ਸਭ ਤੋਂ ਬਿਲਕੁਲ ਡਿਫਰੈਂਟ ਹੈ। ਅਸੀਂ ਪਬਲਿਕ ਨੂੰ ਇੰਨੀ ਕੁ ਪਾਵਰ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਕ ਗਰੁੱਪ ਐਡਵੋਕੇਟਸ ਦਾ, ਡਾਕਟਰਸ ਦਾ, ਸੋਸ਼ਲ ਐਕਟੀਵਿਸਟ ਹੈਗੇ ਨੇ, ਇੰਡਸਟਰੀਜ਼ ਹੈਗੇ ਨੇ ਸਾਡੇ ਨਾਲ। ਪਾਵਰ ਉਹਨਾਂ ਦੇ ਹੱਥ 'ਚ ਕਾਨੂੰਨ ਦੀ, ਜਿਵੇਂ ਤੁਸੀਂ ਬਾਹਰਲੀਆਂ ਕੰਟਰੀਜ਼ 'ਚ ਦੇਖਿਆ ਹੋਇਆ ਕਿ ਮਿੰਟ ਦੇ ਵਿੱਚ ਪੁਲਿਸ ਨੂੰ ਵੀ ਲੋਕੀ ਕਹਿ ਦਿੰਦੇ ਨੇ ਵੀ ਇਹ ਸਾਡਾ ਅਧਿਕਾਰ ਹੈ, ਤੂੰ ਸਾਨੂੰ ਜ਼ਬਰਦਸਤੀ ਨਹੀਂ ਕਰ ਸਕਦਾ। ਕਿਸੇ ਵੀ ਪਬਲਿਕ ਆਫਿਸ ਦੇ ਵਿੱਚ, ਗੌਰਮੈਂਟ ਆਫਿਸ ਦੇ ਵਿੱਚ ਉਹ ਆਪਣੇ ਰਾਈਟਸ ਯੂਜ਼ ਕਰਦੇ ਨੇ। ਅਸੀਂ ਇਹੀ ਰਾਈਟਸ ਇੱਥੇ ਲੁਧਿਆਣਾ ਦੀ ਪਬਲਿਕ ਨੂੰ ਦੇਣ ਦੇ ਲਈ, ਉਹਨਾਂ ਨੂੰ ਦਿਲਾਉਣ ਦੇ ਲਈ, ਉਹਨਾਂ ਦੇ ਨਾਲ ਖੜਨ ਦੇ ਲਈ ਅਸੀਂ ਇਹ ਆਰਗੇਨਾਈਜੇਸ਼ਨ ਬਣਾਈ ਹੈ। ਇਹ ਸਾਡਾ ਮੋਟਿਵ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਲੁਧਿਆਣੇ ਦੀ ਪਬਲਿਕ ਜ਼ਿਆਦਾ ਤੋਂ ਜ਼ਿਆਦਾ ਸਾਡਾ ਸਾਥ ਦੇਗੀ ਤੇ ਆਪਣੇ ਰਾਈਟਸ ਜਿਹੜੇ ਹੈਗੇ ਨੇ ਅਵੇਲ ਕਰੇਗੀ ਲੀਗਲੀ ਤੇ ਪਾਵਰਫੁਲ ਦੇ ਨਾਲ। ਪਰ ਉਹੀ ਤੁਸੀਂ ਕਹਿ ਰਹੇ ਹੋ ਜਦ ਮੇਰੇ ਲੋਕ ਅਧਿਕਾਰ ਤੁਹਾਡੇ ਕੋਲ ਪਹਿਲਾਂ ਹੀ ਹੈ, ਫਿਰ ਤੁਸੀਂ ਅੱਜ ਰਵਨੀਤ ਸਿੰਘ ਬਿੱਟੂ ਦੇ ਘਰ ਦੇ ਬਾਹਰ ਧਰਨਾ ਲਗਾ ਕੇ ਕੀ ਸਾਬਤ ਕਰਨਾ ਚਾਹੁੰਦੇ? ਅਸੀਂ ਰਵਨੀਤ ਸਿੰਘ ਬਿੱਟੂ ਦੀ ਕੋਠੀ ਦੇ ਬਾਹਰ ਆਏ ਹਾਂ ਜੀ, ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਲੁਧਿਆਣੇ ਦਾ ਬਹੁਤ ਜ਼ਿਆਦਾ ਟਾਈਮ ਵੇਸਟ ਕਰਤਾ ਹੈ। ਅੱਛਾ ਜੀ। ਇੱਕ ਸਿੰਪਲ ਗੱਲ ਹੈ ਜੀ, ਅਸੀਂ ਇੱਕ ਪੋਸਟਰ ਲਗਾਇਆ ਵਾ ਜੀ। ਅੱਜ ਅਸੀਂ ਵੈਸੇ ਜਿਹੜਾ ਮੋਟਿਵ ਸੀ ਸਾਡਾ 23 ਮਾਰਚ ਦਾ, ਉਹ ਸ਼ਹੀਦੀ ਦਿਹਾੜੇ ਦਾ ਸੀਗਾ। ਸ਼ਹੀਦੀ ਦਿਹਾੜੇ ਤੇ ਅਸੀਂ ਸਪੈਸ਼ਲ ਆਪਣੇ ਜਿਹੜੇ ਸ਼ਹੀਦ ਹੈ ਉਹਨਾਂ ਦੀ ਜਿਹੜੀਆਂ ਵਰਡਿੰਗ ਹੈ, ਜਿਹੜੇ ਉਹਨਾਂ ਦੇ ਕਦਮਾਂ ਤੇ ਅਸੀਂ ਚੱਲਦੇ ਹੋਏ ਆ ਸ਼ੁਰੂ ਕੀਤਾ ਵਾ। ਔਰ ਅਸੀਂ ਜਦ ਤੱਕ ਰਵਨੀਤ ਸਿੰਘ ਬਿੱਟੂ ਅਸਤੀਫਾ ਨਹੀਂ ਦੇ ਦਿੰਦਾ, ਅਸੀਂ ਹਰ ਮਹੀਨੇ ਇੱਥੇ ਧਰਨਾ ਲਾਇਆ ਕਰਾਂਗੇ ਇਹਨੂੰ ਯਾਦ ਕਰਾਉਣ ਲਈ ਇਹਦੀਆਂ ਨਾਕਾਮਯਾਬੀਆਂ। ਬੱਸਾਂ ਦਾ ਮੈਟਰ ਲੁਧਿਆਣਾ ਵਾਲੇ ਸਾਰੇ ਜਾਣਦੇ ਨੇ। ਬੱਸਾਂ ਕਿੱਦਾਂ ਸਾਫ਼ ਕਰਕੇ ਇਹਨੇ ਦਿਖਾਈਆਂ, ਇਹਦੇ ਵਰਕਰਸ ਨੇ ਦਿਖਾਈਆਂ। ਅੱਜ ਵੀ ਬੱਸਾਂ ਉੱਥੇ ਦੇ ਉੱਥੇ ਖੜੀਆਂ। ਲੁਧਿਆਣੇ ਦਾ ਕਰੋੜਾਂ ਰੁਪਇਆ ਬਰਬਾਦ ਹੋਇਆ ਪਿਆ। ਕੁੱਤੇ ਫੜ ਕੇ ਸਰਕਾਰੀ ਦਫ਼ਤਰਾਂ 'ਚ ਛੱਡੇ ਗਏ। ਇਹ ਅਫਸਰਾਂ ਦਾ ਹਾਲ ਸੀ ਵਿਚਾਰੇ, ਉਸ ਵੇਲੇ ਇਹਨਾਂ ਨੂੰ ਮਨਾ ਕਰਦੇ ਰਹੇ ਪਰ ਪਾਵਰ 'ਚ ਸੀਗੇ। ਆਹ ਕੁੱਤਿਆਂ ਦਾ ਇਹਨਾਂ ਨੇ ਫੜ ਕੇ ਜਦੋਂ ਅਫਸਰ ਛੱਡੇ, ਅੱਜ ਵੀ ਕੁੱਤੇ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ। ਲੱਖਾਂ ਰੁਪਏ, ਕਰੋੜਾਂ ਰੁਪਏ ਕੁੱਤਿਆਂ ਦੀ ਨਸਬੰਦੀ ਦੇ ਨਾਮ ਤੇ ਖਾ ਗਏ ਨੇ ਇਹ। ਪਰ ਅੱਜ ਕੁੱਤੇ ਉੱਥੇ ਨੇ, ਆਪਣੀਆਂ ਕੋਠੀਆਂ 'ਚ ਨੇ। ਗਲੀਆਂ ਦੇ ਨਾਲੇ ਬਣੇ ਪਏ ਨੇ। ਖੁਦ ਰਵਨੀਤ ਸਿੰਘ ਬਿੱਟੂ ਨੇ ਆਪਣੀ ਪਬਲਿਸਿਟੀ ਕਰਨ ਦੇ ਚੱਕਰ 'ਚ, ਕਿਉਂਕਿ ਪਤਾ ਤਾਂ ਲੱਗਦਾ ਨਹੀਂ ਪਬਲਿਸਿਟੀ ਦੀ ਲੋੜ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ, ਪਬਲਿਸਿਟੀ ਕਰਨ ਦੇ ਚੱਕਰ ਦੇ ਵਿੱਚ ਲਾਈਵ ਆ ਕੇ ਸਾਰੀ ਪ੍ਰੈਸ ਬੁਲਾ ਕੇ ਅਨਾਉਂਸ ਕਰਤਾ ਕਿ ਕਾਰਪੋਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਕਰਪਸ਼ਨ ਹੈ, ਜਦ ਕਿ ਸਰਕਾਰ ਇਹਨਾਂ ਦੀ ਸੀ, ਕਾਂਗਰਸ ਦੀ। ਸਾਰੇ ਅਫਸਰ ਕਰਪਟ ਨੇ। ਯਾਦ ਹੈ ਉਦੋਂ ਸ਼ਾਇਦ ਤੁਸੀਂ ਵੀ ਕਾਂਗਰਸ ਦੇ ਵਿੱਚ ਹੀ ਸੀਗੇ, ਤੁਸੀਂ ਵੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਬਿਲਕੁਲ ਨਾਲ ਘੁੰਮਦੇ ਸੀਗੇ। ਮੈਂ ਬਿਲਕੁਲ ਕਾਂਗਰਸ 'ਚ ਕਦੇ ਨਹੀਂ ਸੀਗਾ ਜੀ। ਮੈਂ ਇੱਕ ਬਿਲਕੁਲ ਸਪੋਰਟਰ ਸੀਗੇ। ਮੈਂ ਉਹਨਾਂ ਦਾ ਸਪੋਰਟਰ ਨਹੀਂ ਸੀਗਾ, ਮੈਂ ਯੂਜ਼ ਹੋ ਰਿਹਾ ਸੀਗਾ ਜੀ। ਬਿਲਕੁਲ ਸਾਫ਼ ਗੱਲ ਹੈ। ਉਹ ਜਦੋਂ ਪਤਾ ਲੱਗਿਆ, ਜਦੋਂ ਆਪਣੇ ਘਰ ਦੀ ਬਾਹਰ ਗਲੀ ਦੇ ਲਈ ਸੜਕ ਦੇ MLA ਵੈਦ ਦੇ ਉੱਤੇ ਕੇਸ ਕਰਨਾ ਪਿਆ, ਉਦੋਂ ਪਤਾ ਲੱਗਿਆ ਅਸੀਂ ਤਾਂ ਸਿਰਫ ਯੂਜ਼ ਹੁੰਦੇ ਰਹੇ ਹਾਂ। ਉਹੀ ਸਾਰੀ ਪਬਲਿਕ ਯੂਜ਼ ਹੋ ਰਹੀ ਹੈ। ਜਿਹੜਾ ਬੰਦਾ ਜਾਗ ਗਿਆ ਉਹਦੀ ਡਿਊਟੀ ਬਣਦੀ ਆ ਦੂਸਰਿਆਂ ਨੂੰ ਜਗਾਉਣਾ। ਉਹੀ ਅਸੀਂ ਕਰ ਰਹੇ ਹਾਂ। ਆਹ ਸੜਕਾਂ ਦਾ ਹਾਲ ਤੁਸੀਂ ਦੇਖੋ। ਰਵਨੀਤ ਸਿੰਘ ਬਿੱਟੂ ਨੇ ਕਾਰਪੋਰੇਸ਼ਨ ਪੁਲਿਸ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਪਰਚਾ ਦਰਜ ਕਰੋ, ਪਹਿਲੇ ਮੇਰੇ ਤੇ ਕਰੋ, ਮੈਂ ਇਹਦਾ ਸਰਮੋਰ ਹਾਂ। ਅੱਜ ਤੱਕ ਪਰਚਾ ਦਰਜ ਨਹੀਂ ਹੋਇਆ। ਟੋਲ ਟੈਕਸ ਦੇ ਵਿੱਚ ਲੁਧਿਆਣਾ ਦੀ ਪਬਲਿਕ ਨੂੰ ਕਈ ਦਿਨ ਉੱਥੇ ਰਾਤਾਂ ਉੱਥੇ ਬਿਤਾਈਆਂ, ਉੱਥੇ ਰਾਤੀ ਸੁੱਤੇ ਜਾ ਕੇ ਟੋਲਾਂ ਦੇ ਉੱਤੇ ਤਾਲੇ ਲਗਾਏ।
ਆਪਣਾ ਹਿੱਸਾ ਪੈਣ ਤੋਂ ਬਾਅਦ ਟੋਲ ਖੁੱਲ ਗਏ, ਲੁਧਿਆਣਾ ਦੀ ਪਬਲਿਕ ਅੱਜ ਵੀ ਟੋਲ ਦੇ ਰਹੀ ਹੈ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਰਵਨੀਤ ਸਿੰਘ ਬਿੱਟੂ ਟੋਲ ਪਲਾਜ਼ਾ ਦੇ ਵਿੱਚ ਹਿੱਸੇ ਪੱਤੀ ਲੈ ਰਹੇ? ਬਿਲਕੁਲ ਜੀ, ਜੋ ਟੋਲ ਪਲਾਜ਼ਾ ਵਾਲੇ ਉੱਥੇ ਖੜ ਕੇ ਆਪ ਹੀ ਕਹਿੰਦੇ ਨੇ, ਜਦੋਂ ਅਸੀਂ ਜਾ ਕੇ ਟੋਲ ਪਲਾਜ਼ਾ ਦੇ ਉੱਤੇ ਬਾਅਦ ਦੇ ਵਿੱਚ ਜਾ ਕੇ ਕਈ ਲੜਾਈਆਂ ਹੋਈਆਂ, ਅਸੀਂ ਜਾ ਕੇ ਕਿਹਾ ਜੀ ਰਵਨੀਤ ਸਿੰਘ ਬਿੱਟੂ ਨੇ ਆਨਲਾਈਨ ਆ ਕੇ ਪ੍ਰੈਸ ਦੇ ਵਿੱਚ ਆ ਕੇ ਕਿਹਾ ਹੋਇਆ ਕਿ NHAI ਨੇ ਲੈਟਰ ਦੇਤੀ ਲੁਧਿਆਣਾ ਤੇ ਟੋਲ ਟੈਕਸ ਨਹੀਂ ਲੱਗੇਗਾ। ਉਹ ਕਹਿੰਦੇ ਜੀ ਉਹ ਆਪਣਾ ਹਿੱਸਾ ਲੈ ਕੇ ਚਲੇ ਗਏ ਨੇ, ਇੱਥੇ ਟੋਲ ਲੱਗੇਗਾ, ਤੁਹਾਡਾ ਕੋਈ ਮਤਲਬ ਨਹੀਂ ਹੈ ਫ੍ਰੀ ਦੇ ਵਿੱਚ ਜੀ। ਬੁੱਢਾ ਨਾਲਾ ਅੱਜ ਵੀ ਉੱਥੇ ਦਾ ਉੱਥੇ ਖੜਾ, ਕੈਂਸਰ ਦੀ ਬਿਮਾਰੀ, ਇੰਨੀਆਂ ਬਿਮਾਰੀਆਂ ਦਾ ਕਾਰਨ ਸਾਰੇ ਲੁਧਿਆਣੇ ਦੇ ਵਿੱਚੋਂ ਹੋ ਕੇ ਨਿਕਲਦਾ। ਲੋਕਾਂ ਦੇ ਬੱਚੇ ਬਿਮਾਰ, ਪੇਰੈਂਟਸ ਬਿਮਾਰ ਹੋ ਰਹੇ ਨੇ, ਇਹ ਦਿੱਲੀ ਬੈਠਾ ਹੋਇਆ ਵਾ ਰਵਨੀਤ ਸਿੰਘ ਬਿੱਟੂ, ਇੱਥੇ ਪਬਲਿਕ ਦਾ ਕੋਈ ਧਿਆਨ ਨਹੀਂ। ਆ ਇੱਕ ਮੈਡਮ ਦੀ ਅਸੀਂ ਫੋਟੋ ਲਗਾਈ ਹੈ ਸਪੈਸ਼ਲ, ਇਹ ਬਹੁਤ ਜ਼ਰੂਰੀ ਸੀ ਕਿ ਕਿੱਦਾਂ ਮੈਡਮ ਹੱਥ ਜੋੜ ਕੇ ਖੜੇ ਨੇ। DO ਮੈਡਮ ਨੇ, ਟੀਚਰ ਜਿਨ੍ਹਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਗਿਆ, ਮਾਂ-ਬਾਪ ਤੋਂ ਬਾਅਦ ਦੂਸਰਾ ਦਰਜਾ ਇਹਨਾਂ ਦਾ, ਜਿਹੜੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਰਾਹ ਦਿਖਾਉਂਦੇ ਨੇ। ਆ ਉਹ ਬੰਦਾ ਬੈਠਾ ਹੋਇਆ ਜਿਹੜਾ ਬੋਲਦਾ ਪਿਆ, ਜਿਹਨੂੰ ਹੁਣ ਲੋਕਾਂ ਨੇ ਘਰੇ ਬਿਠਾਤਾ। ਆ ਰਵਨੀਤ ਸਿੰਘ ਜੀ ਬਿੱਟੂ ਹੱਸਦੇ ਪਏ ਨੇ। ਇਹ ਰਵਨੀਤ ਸਿੰਘ ਬਿੱਟੂ ਉਸ ਵੇਲੇ ਇਸ ਫੰਕਸ਼ਨ ਨੂੰ ਹੈੱਡ ਕਰ ਰਹੇ ਸੀ, ਇਹਨਾਂ ਦੀ ਇੰਨੀ ਹਿੰਮਤ ਨਹੀਂ ਹੋਈ ਕਿ ਉਹਨੂੰ ਰੋਕ ਦੇਣ ਵੀ ਨਹੀਂ ਤੂੰ ਗਲਤ ਬੋਲ ਰਿਹਾ, ਮਾੜਾ ਬੋਲ ਰਿਹਾ। ਇਹੀ ਰਵਨੀਤ ਸਿੰਘ ਬਿੱਟੂ ਦੇ ਆਫਿਸ ਦੇ ਵਿੱਚ ਇੱਕ ਵਾਰੀ ਇੱਕ ਲੜਕਾ ਸੀਗਾ ਕੋਈ ਜਸਰਾਜ, ਉਹਨੂੰ ਕੁੱਟਿਆ ਗਿਆ, ਉਹ ਸਿਰਫ ਵਿਚਾਰਾ ਆਪਣੇ ਪੈਸੇ ਮੰਗਣ ਗਿਆ ਸੀ। ਇੰਨਾ ਗੁੰਡਾਗਰਦੀ ਇਹਨਾਂ ਨੇ 5 ਸਾਲ ਖਿਲਾਰ ਕੇ ਰੱਖੀ। ਹੁਣ 2 ਸਾਲ ਇਹਨਾਂ ਦੇ ਰਹਿ ਗਏ ਨੇ, 2 ਸਾਲ ਇਹਨਾਂ ਨੇ ਸਿਰਫ ਲੁਧਿਆਣੇ ਦਾ ਟਾਈਮ ਵੇਸਟ ਕਰਨਾ, ਕਿਉਂਕਿ ਹੁਣ ਇਹਨਾਂ ਕੋਲੋਂ ਹੁਣ ਵੀ ਕੁਝ ਨਹੀਂ। ਇਹਨਾਂ ਨੇ ਕਹਿਣਾ ਮੇਰੀ ਸਰਕਾਰ ਹੈ ਨਹੀਂ, ਮੇਰੇ ਕੋਲ ਕੰਮ ਨਹੀਂ ਕੋਈ ਹੋ ਰਿਹਾ। ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀ, ਤੁਸੀਂ ਇਹ ਮੇਰੇ ਲੋਕ ਅਧਿਕਾਰ ਦੀ ਚੇਤਨਾ ਤੁਹਾਨੂੰ ਉਦੋਂ ਕਿਉਂ ਨਹੀਂ ਜਾਗੀ? ਇਹ ਅੱਜ ਹੀ ਕਿਉਂ ਤੁਹਾਨੂੰ ਇਹੋ ਜਿਹਾ ਲੱਗਿਆ, ਜਦੋਂ ਹੁਣ ਤਾਂ ਸਰੇਆਮ ਰਵਨੀਤ ਸਿੰਘ ਬਿੱਟੂ ਉਹਨਾਂ ਕੋਲ ਬਹਾਨਾ ਹੈਗਾ ਹੀ ਹੈ ਕਿ ਭਾਈ ਮੇਰੀ ਸਰਕਾਰ ਹੀ ਨਹੀਂ ਹੈ ਕਾਂਗਰਸ ਦੀ, ਮੈਂ ਕੁਝ ਕਰ ਹੀ ਨਹੀਂ ਸਕਦਾ? ਮੈਂ ਜੀ ਅਸੀਂ ਬਿਲਕੁਲ ਜਿਹੜੇ ਇਕੱਠੇ ਹੋਏ ਆ ਸਾਰੇ, ਅਸੀਂ ਹੱਥ ਜੋੜ ਕੇ ਰਵਨੀਤ ਸਿੰਘ ਬਿੱਟੂ ਨੂੰ ਬੇਨਤੀ ਕਰਨ ਆਏ ਆ ਵੀ ਹੁਣ ਸਾਡੀ ਜਾਨ ਛੱਡ ਦੇ ਲੁਧਿਆਣੇ ਦੀ। ਜਦੋਂ ਤੇਰੀ ਸਰਕਾਰ ਸੀਗੀ ਤੂੰ ਕਹਿੰਦਾ ਸੀ ਬੋਲੋ ਨਾ, ਅਸੀਂ ਕਰ ਰਹੇ ਹਾਂ ਜੀ। ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਵੀ ਤੁਸੀਂ ਕਈ ਵਾਰੀ ਪੁੱਛਿਆ ਵਾ, ਸਾਰਿਆਂ ਨੂੰ ਇਹੀ ਜਵਾਬ ਮਿਲਿਆ ਅਸੀਂ ਕਰ ਰਹੇ ਹਾਂ, ਸਾਨੂੰ ਟਾਈਮ ਤਾਂ ਦਿਓ। ਬਹੁਤ ਟਾਈਮ ਦੇ ਦਿੱਤਾ, 5 ਸਾਲ ਸਰਕਾਰ ਵੀ ਹੁਣ ਚਲੇਗੀ, ਬੱਸਾਂ ਵੀ ਖੜੀਆਂ ਰਹਿ ਗਈਆਂ, ਹੁਣ ਸਾਡੀ ਜਾਨ ਛੱਡ ਦੇ। MP ਦੀ ਪੋਸਟ ਛੱਡ, ਪਬਲਿਕ ਮੈਂਡੇਟ ਜੋ ਆਏਗਾ, ਜੇ ਤੈਨੂੰ ਲੱਗਦਾ ਤੂੰ ਬਹੁਤ ਵਧੀਆ ਕੰਮ ਕੀਤਾ ਵਾ ਦੁਆਰਤੀ ਇਲੈਕਸ਼ਨ ਖੜ ਜਾ, ਜੇ ਤੈਨੂੰ ਲੱਗਦਾ ਵਾ ਤੂੰ ਕੋਈ ਕੰਮ ਨਹੀਂ ਕੀਤਾ, ਸਾਡੀ ਜਾਨ ਛੱਡ, ਰਿਜ਼ਾਈਨ ਕਰ। ਪਬਲਿਕ ਮੈਂਡੇਟ ਜੋ ਆਏਗਾ, ਜਿਹੜਾ ਵੀ ਜਿੱਤੇਗਾ ਉਹ ਆਪੇ ਕੰਮ ਕਰਾ ਲੇਗਾ, ਚਾਹੇ ਉਹ ਕੋਈ ਵੀ ਜਿੱਤੇ। ਜਿਹੜਾ ਹੁਣ 2 ਸਾਲ ਇਹਨੇ ਲੁਧਿਆਣੇ ਦੇ ਹੋਰ ਬਰਬਾਦ ਕਰਨੇ ਆ, ਲੁਧਿਆਣਾ ਉਹਦੇ ਨਾਲ 20 ਸਾਲ ਪਿੱਛੇ ਚਲੇ ਜਾਣਾ ਵਾ। ਉਹ ਕਿਉਂਕਿ ਉਹਦੀ ਪੈਟ ਲੈਂਗੁਏਜ ਹੈ ਕਿ ਹੁਣ ਤਾਂ ਮੇਰੀ ਸਰਕਾਰ ਹੈ ਨਹੀਂ, ਮੇਰੇ ਕੋਲ ਕੰਮ ਨਹੀਂ ਹੋਣਾ। ਅਸੀਂ ਇਹੀ ਰਿਕੁਐਸਟ ਕਰਨ ਆਏ ਆ ਵੀ ਸਾਡੀ ਲੁਧਿਆਣੇ ਵਾਲਿਆਂ ਦੀ ਜਾਨ ਛੱਡ ਦੇ, ਤੂੰ ਬਹੁਤ ਟਾਈਮ ਬਰਬਾਦ ਕਰ ਲਿਆ ਸਾਡਾ, ਤੇ ਹੁਣ ਸਾਨੂੰ ਛੱਡ ਬਖਸ਼ ਸਾਨੂੰ। ਕੱਲ ਨੂੰ ਇਦਾਂ ਤਾਂ ਨਹੀਂ ਕਿ ਰਵਨੀਤ ਸਿੰਘ ਬਿੱਟੂ ਇਹਦੇ ਅਗੇਂਸਟ ਕੋਈ ਲਾਈਵ ਹੋ ਕੇ ਇਦਾਂ ਦੀ ਗੱਲ ਕਰਦੇ ਨੇ ਜਿਹੜੇ ਐਡਵੋਕੇਟ ਖੁਰਮੀ ਦੇ ਅਗੇਂਸਟ ਹੋਵੇ, ਉਹ ਕਹਿਣ ਕਿ ਐਡਵੋਕੇਟ ਖੁਰਮੀ ਕੁਝ ਆਪਣੇ ਕਾਨੂੰਨੀ ਦਲੀਲਾਂ ਦੇ ਕੇ ਮੈਨੂੰ ਬਲੈਕਮੇਲ ਕਰਦਾ ਸੀ ਜਾਂ ਮੇਰੇ ਤੋਂ ਕੋਈ ਹਿੱਸਾ ਪੱਤੀ ਮੰਗਦਾ ਸੀ, ਉਹਨਾਂ ਨੇ ਸਰਕਾਰ ਤੋਂ ਲੈ ਲਿਆ, ਤੁਸੀਂ ਅੱਗੇ ਉਹਨਾਂ ਤੋਂ ਮੰਗ ਰਹੇ ਹੋ? ਦੇਖੋ, ਕਾਨੂੰਨ ਦੇ ਵਿੱਚ ਪਹਿਲੇ ਤਾਂ ਬਲੈਕਮੇਲਿੰਗ ਦਾ ਵਰਡ ਹੀ ਹੈ ਨਹੀਂਗਾ। ਜਿਹੜਾ ਕਾਨੂੰਨ ਹੈ ਉਹ ਲੋਕਾਂ ਨੂੰ, ਬਲੈਕਮੇਲਰਾਂ ਨੂੰ ਠੀਕ ਕਰਨ ਲਈ ਆ, ਬਲੈਕਮੇਲ ਕਰਨ ਲਈ ਨਹੀਂ ਹੈ ਕਦੇ ਵੀ। ਤੁਸੀਂ ਕਾਲਾ ਕੋਟ ਪਾਇਆ, ਉਹ ਤਾਂ ਕਾਨੂੰਨੀ ਦਾਅ ਪੇਚ ਤਾਂ ਤੁਸੀਂ ਉਲਝਾ ਹੀ ਲਓਗੇ। ਦੇਖੋ, ਕਾਨੂੰਨੀ ਦਾਅ ਪੇਚ ਜਿਹੜਾ ਬੰਦਾ ਜਾਇਜ਼ ਹੁੰਦਾ ਵਾ, ਕਾਨੂੰਨ ਦੇ ਉੱਤੇ ਕੋਈ ਨਹੀਂ ਉਂਗਲ ਚੱਕ ਸਕਦਾ। ਜਿਹੜਾ ਬੰਦਾ ਜਾਇਜ਼ ਹੈ ਉਹ ਕਾਨੂੰਨ ਉਹਨੂੰ ਛੱਡ ਹੀ ਦਿੰਦਾ ਵਾ, ਜਿਹੜੇ ਬੰਦੇ 'ਚ ਕਮੀ ਹੋਏਗੀ ਕਾਨੂੰਨ ਉਹਨੂੰ ਬਿਲਕੁਲ ਨਹੀਂ ਛੱਡਦਾ। ਉਹ ਮੇਰੇ ਦਾਅ ਪੇਚ ਨਹੀਂ ਹੈ, ਉਹ ਬਾਬਾ ਭੀਮ ਰਾਓ ਅੰਬੇਦਕਰ ਦੇ ਬਣਾਏ ਹੋਏ ਦਾਅ ਪੇਚ ਨੇ, ਕਾਨੂੰਨ ਉਹਨਾਂ ਦਾ ਬਣਾਇਆ ਹੋਇਆ। ਇਸਤੇਮਾਲ ਤੁਸੀਂ ਕਰ ਰਹੇ ਹੋ? ਇਸਤੇਮਾਲ ਨਹੀਂ ਹੁੰਦਾ ਜੀ, ਇਹ ਲੋਕਾਂ ਦੀ ਸਰਵਿਸ ਲਈ ਹੈ, ਕਾਨੂੰਨ ਲੋਕਾਂ ਦੀ ਸਰਵਿਸ ਲਈ ਹੈ, ਇਹ ਅਸੀਂ ਬਿਲਕੁਲ ਯੂਜ਼ ਕਰਾਂਗੇ ਜੇ ਲੋੜ ਹੋਈ। ਸੋ ਤੁਸੀਂ ਬੇਸਿਕਲੀ ਹੁਣ MLA ਬਣਾ ਕੇ ਸਾਬਤ ਕੀ ਕਰਨਾ ਚਾਹੁੰਦੇ ਹੋ? ਅਸੀਂ MLA ਬਣਾ ਕੇ ਹਰ ਲੁਧਿਆਣੇ ਦੀ ਪਬਲਿਕ ਦੇ ਹਰ ਉਸ ਬੰਦੇ ਨੂੰ ਜਿਹੜਾ ਰਿਕਸ਼ਾ ਵੀ ਚਲਾ ਰਿਹਾ ਉਹਨੂੰ MP ਦੇ ਬਰਾਬਰ ਖੜਾ ਕਰਨਾ ਚਾਹੁੰਦੇ ਆ। ਜਿਹੜਾ ਇੱਥੇ ਭੀਖ ਵੀ ਮੰਗ ਰਿਹਾ ਸੜਕ ਦੇ ਉੱਤੇ ਉਹਨੂੰ MLA ਦੇ ਬਰਾਬਰ ਖੜਾ ਕਰਨਾ ਚਾਹੁੰਦੇ ਆ ਕਿ ਤੂੰ ਵੀ MLA ਆ। ਸਿੱਧੀ ਗੱਲ ਇਹ ਕਹੀਏ ਕਿ ਤੁਸੀਂ ਆਮ ਆਦਮੀ ਪਾਰਟੀ, ਇੱਕ ਨਵੀਂ ਆਮ ਆਦਮੀ ਪਾਰਟੀ MLA ਦੇ ਰੂਪ 'ਚ ਖੜੀ ਹੋ ਰਹੀ ਹੈ। ਬਿਲਕੁਲ, ਆਮ ਆਦਮੀ ਪਾਰਟੀ ਜਿਹੜੀ ਸੀਗੀ ਉਹ ਵੀ ਹੁਣ ਤੁਹਾਡੇ ਸਾਹਮਣੇ ਆ ਰਹੀ ਹੈ। ਅਸੀਂ ਪਾਰਟੀਆਂ ਦੇ ਵਿੱਚ ਨਹੀਂ ਪੈ ਰਹੇ, ਅਸੀਂ MLA ਜਿਹੜਾ ਪਬਲਿਕ ਨੂੰ ਰਾਈਟਸ ਦਿਲਾ ਰਹੇ ਹਾਂ, ਔਰ ਪਬਲਿਕ ਨੂੰ ਰਾਈਟ ਦਿਲਾਣਾ ਕਿਤੇ ਵੀ ਗਲਤ ਨਹੀਂ ਹੈ। ਕਾਨੂੰਨਨ ਅਧਿਕਾਰ ਵਕੀਲਾਂ ਦਾ ਵੀ ਹੈ, ਤੁਹਾਡੇ ਜਰਨਲਿਸਟ ਦਾ ਵੀ ਹੈਗਾ ਵੈ ਕਿ ਲੋਕਾਂ ਨੂੰ ਅਵੇਅਰ ਕਰੋ। ਲੋਕਾਂ ਨੂੰ ਕਦੇ ਅਵੇਅਰ ਹੀ ਨਹੀਂ ਕੀਤਾ ਗਿਆ। 166 167 IPC ਹੈਗੀ ਆ, ਕੋਈ ਵੀ ਮੇਰਾ ਭਰਾ ਪੜ੍ਹ ਸਕਦਾ ਵੈ, ਗੂਗਲ ਹਰੇਕ ਕੋਲ ਹੈਗਾ ਵੈ। ਕੋਈ ਵੀ ਅਫਸਰ ਉਹਨਾਂ ਦਾ ਕੰਮ ਨਹੀਂ ਕਰਦਾ, ਲੀਗਲ ਕੰਮ ਨਹੀਂ ਕਰਦਾ, 166 167 ਦੇ ਵਿੱਚ ਉਸ ਅਫਸਰ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕੋਰਟ ਦੇ ਵਿੱਚ। ਆਓ ਸਾਡੇ ਕੋਲੋਂ, ਅਸੀਂ ਕਰਾਵਾਂਗੇ। ਬਿਲਕੁਲ ਉਹਨਾਂ ਤੇ ਕੋਈ ਪ੍ਰੈਸ਼ਰ ਭਾਰ ਨਹੀਂ ਪਏਗਾ, ਕਿਸੇ ਵੀ ਤਰੀਕੇ ਦਾ ਕੋਈ ਖਰਚਾ ਨਹੀਂ ਹੋਏਗਾ। ਜਿਹੜਾ ਵੀ ਬੰਦਾ ਆਉਣਾ ਚਾਹੁੰਦਾ ਕਰਾਓ, ਕਿਸੇ ਵੀ ਅਫਸਰ ਦੇ ਖਿਲਾਫ ਕਰਨਾ ਚਾਹੁੰਦਾ ਕਰੇ, ਜਿਹੜਾ ਅਫਸਰ ਉਹਨਾਂ ਦਾ ਲੀਗਲ ਕੰਮ ਨਹੀਂ ਕਰਦਾ ਪਿਆ, ਜਿਹੜਾ ਪੋਲੀਟੀਸ਼ੀਅਨ ਉਹਨਾਂ ਦਾ ਲੀਗਲ ਕੰਮ ਨਹੀਂ ਕਰਦਾ। ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਹੈ ਪੰਜਾਬ ਦੇ ਵਿੱਚ, ਔਰ ਉਹਨਾਂ ਨੇ ਜਿੱਦਾਂ ਵਾਅਦੇ ਕੀਤੇ ਸੀ ਉਸ ਹਿਸਾਬ ਨਾਲ ਪੂਰੇ ਵੀ ਕਰਨੇ ਸ਼ੁਰੂ ਕਰ ਦਿੱਤੇ ਹੈ, ਅਨਾਉਂਸਮੈਂਟਸ ਸ਼ੁਰੂ ਕਰ ਦਿੱਤੀਆਂ ਹੈਗੀਆਂ। ਸਗੋਂ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਲੁਧਿਆਣੇ ਵਰਗੇ ਸ਼ਹਿਰ ਤੋਂ ਇੱਕ ਰਾਜ ਸਭਾ ਮੈਂਬਰ ਦਾ ਉਮੀਦਵਾਰ ਵੀ ਜਿਹੜਾ ਇੱਕ ਇੰਡਸਟਰੀਅਲਿਸਟ ਨੂੰ ਦਿੱਤਾ। ਇਹ ਸਾਰੇ ਬਾਰੇ ਦੇਖਦੇ ਹੋਏ ਤੁਸੀਂ ਕੀ ਕਹੋਗੇ ਆਮ ਆਦਮੀ
ਪਾਰਟੀ ਬਾਰੇ ਕੀ ਕਹੋਗੇ? ਸਾਡਾ ਕਿਸੇ ਵੀ ਪਾਰਟੀ ਨਾਲ ਜੀ ਕੋਈ ਲੈਣਾ ਦੇਣਾ ਨਹੀਂ। ਅਸੀਂ ਪਹਿਲੇ ਆਪਣੀ ਪਾਰਟੀ ਆਪ ਬਣਾਓਗੇ? ਅਸੀਂ ਰਵਨੀਤ ਸਿੰਘ ਬਿੱਟੂ ਦੀ ਪਹਿਲੇ ਸੀਟ ਇੱਕ ਵਾਰੀ ਛੁਡਾ ਲਈਏ ਤਾਂ ਕਿ ਲੁਧਿਆਣੇ ਦਾ 2 ਸਾਲ ਨਾ ਬਰਬਾਦ ਹੋਣ। ਉਸ ਤੋਂ ਬਾਅਦ ਦੇਖਦੇ ਹਾਂ ਲੋਕਾਂ ਦੇ ਕੰਮ ਕਰਨ ਲਈ, ਲੋਕਾਂ ਨੂੰ ਰਾਈਟ ਦਿਲਾਉਣ ਲਈ। ਔਰ ਸਾਨੂੰ ਖੁਸ਼ੀ ਹੋਏਗੀ ਕਿ ਲੋਕੀ ਅਗਰ ਇਹਨਾਂ ਨੂੰ ਅੱਖਾਂ ਦਿਖਾ ਕੇ ਕੰਮ ਕਰਾਉਣਗੇ, ਇਹ ਸਾਨੂੰ ਬਹੁਤ ਖੁਸ਼ੀ ਹੋਏਗੀ ਕਿ ਲੋਕੀ ਆਪਣੇ ਰਾਈਟਸ ਤੋਂ ਅਵੇਅਰ ਹੋ ਗਏ ਨੇ ਜਿਵੇਂ ਬਾਹਰਲੀ ਕੰਟਰੀਜ਼ ਦੇ ਵਿੱਚ ਹੋਇਆ। ਸੋ ਕਿੰਨੀ ਦੇਰ ਤੱਕ ਧਰਨਾ ਜਾਰੀ ਰਹੇਗਾ ਤੁਹਾਡਾ? ਅਸੀਂ ਅੱਜ ਧਰਨਾ ਲਗਾਇਆ ਹੋਇਆ 23 ਮਾਰਚ ਦਾ ਅਸੀਂ ਸ਼ਹੀਦਾਂ ਦਾ ਦਿਨ ਰੱਖਿਆ ਸੀਗਾ ਜੀ। ਬਿਲਕੁਲ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਧਰਨਾ ਲਗਾਇਆ। ਔਰ ਜੇ ਲੋੜ ਪਈ ਹਰ ਮਹੀਨੇ ਰਵਨੀਤ ਸਿੰਘ ਬਿੱਟੂ ਦੀ ਕੋਠੀ ਦੇ ਬਾਅਦ ਧਰਨਾ ਲਾਵਾਂਗੇ ਜਦ ਤੱਕ ਇਹ ਅਸਤੀਫਾ ਨਹੀਂ ਦੇ ਦਿੰਦਾ। ਹਰ ਮਹੀਨੇ ਦੀ ਕੋਈ ਅਲੱਗ ਡੇਟ ਹੋਏਗੀ ਜਾਂ 23 ਤਰੀਕ ਹੀ ਹੋਏਗੀ? ਦੇਖਦੇ ਹਾਂ ਜੀ ਉਹ ਜਿਹੜਾ ਵੀ ਅਨਾਉਂਸ ਕਰਦੇ ਹਾਂ। ਬਾਕੀ ਆਉਣ ਵਾਲੇ ਟਾਈਮ 'ਚ ਤੁਸੀਂ ਆਪ ਦੀ ਗੱਲ ਕਰ ਰਹੇ ਹੋ, ਆਪ ਨੇ ਜਿਹੜੇ ਵਾਅਦੇ ਕੀਤੇ ਨੇ, ਜੇ ਆਪ ਦਾ ਵੀ ਕੋਈ ਐਮਐਲਏ ਜਾਂ ਕੋਈ ਬੰਦਾ ਨਹੀਂ ਖਰਾ ਉਤਰਦਾ, ਅਸੀਂ ਉਹਨਾਂ ਦੇ ਵੀ ਧਰਨੇ ਲਗਾ ਕੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਸਮਝਾਵਾਂਗੇ, ਪਬਲਿਕ ਨੂੰ ਉਹਦੇ ਰਾਈਟ ਸਮਝਾਵਾਂਗੇ। ਤੇ ਦੁਨੀਆ ਨੂੰ ਮਤਲਬ ਪਬਲਿਕ ਨੂੰ ਆਪ ਹੀ ਐਮਐਲਏ ਬਣਾ ਦੋਗੇ ਹੁਣ ਤੁਸੀਂ? ਪਬਲਿਕ ਜੀ ਆਪਣੇ ਆਪ ਚ ਐਮਐਲਏ ਤੁਹਾਨੂੰ ਦਿਖਾ ਤਾਂ ਦਿੱਤਾ ਪਬਲਿਕ ਨੇ, ਸਾਰੇ ਐਮਐਲਏ ਘਰੇ ਬਿਠਾਤੇ। ਤੁਸੀਂ ਵੀ ਐਮਐਲਏ ਦੀ ਲੋੜ ਨਹੀਂ। ਤੁਸੀਂ ਵੀ ਐਮਐਲਏ ਹੋ, ਤੁਸੀਂ ਐਮਐਲਏ ਦੇ ਘਰੇ ਜਾਂਦੇ ਕੀ ਕਰਨ ਹੋ? ਤੁਸੀਂ ਐਮਐਲਏ ਦੇ ਘਰੇ ਜਾਂਦੇ ਹੋ, ਰਾਸ਼ਨ ਕਾਰਡ ਬਣਾ ਦਿਓ ਜੀ, ਵੋਟਰ ਕਾਰਡ ਬਣਾ ਦਿਓ ਜੀ, ਸਾਡੀ ਸੜਕ ਨਹੀਂ ਬਣ ਰਹੀ। ਤੁਸੀਂ ਜਾਂਦੇ ਕਿਉਂ ਐਮਐਲਏ ਦੇ ਘਰੇ? ਤੁਸੀਂ ਨੋਟਿਸ ਭੇਜੋ ਐਮਐਲਏ ਨੂੰ 166 ਦਾ ਵੀ ਕਰ ਤੇਰਾ ਡਿਊਟੀ ਹੈ। ਤੁਸੀਂ ਅਫਸਰ ਨੂੰ ਨੋਟਿਸ ਭੇਜੋ ਜੇ ਅਫਸਰ ਨਹੀਂ ਕੰਮ ਕਰਦਾ। ਜੇ ਨੋਟਿਸ ਭੇਜਣ ਤੋਂ ਬਾਅਦ ਵੀ ਨਹੀਂ ਕੰਮ ਕਰਦਾ, ਕੇਸ ਫਾਈਲ ਕਰ ਦਿਓ ਉਹਦੇ ਉੱਤੇ। ਕੋਰਟ ਆਪੇ ਪੁੱਛੇਗੀ ਵੀ ਭਾਈ ਵੀ ਤੂੰ ਕਿਉਂ ਨਹੀਂ ਕੰਮ ਕੀਤਾ। ਫਾਈਲ ਕਰਨ ਲਈ ਵਕੀਲ ਚਾਹੀਦਾ, ਵਕੀਲ ਮਤਲਬ ਤੁਹਾਡੇ ਕੋਲ ਆਵੇ, ਫਿਰ ਤੁਹਾਡੀ ਫੀਸ ਬਣੂਗੀ? ਸਾਡੀ ਕੋਈ ਫੀਸ ਨਹੀਂ ਆ। ਅਸੀਂ ਬਿਲਕੁਲ ਕਹਿ ਰਹੇ ਹਾਂ ਹਜ਼ਾਰਾਂ ਕੇਸ ਫਾਈਲ ਕਰਾਓ, ਬਿਲਕੁਲ ਫ੍ਰੀ ਆਫ ਕੋਸਟ। ਕੰਪਲੇਨੈਂਟ ਬਣੋ, ਬਿਲਕੁਲ ਫ੍ਰੀ ਆਫ ਕੋਸਟ। ਹਜ਼ਾਰਾਂ ਕੇਸ ਫਾਈਲ ਕਰਾਓ, ਸਾਨੂੰ ਕੋਈ ਦਿੱਕਤ ਨਹੀਂ ਹੈ। ਰਾਜੂ ਜੀ ਹੱਸੀ ਜਾਂਦੇ ਤੁਹਾਡੇ ਨਾਲ ਖੜੇ। ਨਹੀਂ, ਮੈਂ ਇਹ ਹਾਸੇ ਇਸ ਕਰਕੇ ਰਿਹਾ ਜੀ, ਜਿਹੜੇ ਤੁਸੀਂ ਸਵਾਲ ਕਰ ਰਹੇ ਹੋ ਉਹਨਾਂ ਦਾ ਵੀ ਥੋੜਾ ਜਿਹਾ ਸੰਦੀਪ ਜੀ ਮੈਨੂੰ ਹੱਸੀ ਆ ਰਹੀ ਹੈ। ਤੁਸੀਂ ਆਹ ਜਿਹੜੀ ਗੱਲ ਕੀਤੀ ਹੈ ਵੀ ਵਕੀਲ ਹੀ ਕਿਉਂ, ਵਕੀਲ ਜ਼ਿਆਦਾ ਜਾਗਰੂਕ ਹੁੰਦੇ ਆ, ਉਹਨਾਂ ਨੂੰ ਅਧਿਕਾਰਾਂ ਔਰ ਕਾਨੂੰਨਾਂ ਬਾਰੇ ਜ਼ਿਆਦਾ ਪਤਾ ਹੁੰਦਾ ਹੈ। ਤੇ ਦੋਸਤੋ ਅਸੀਂ ਕਿਉਂ ਕਹਿ ਰਹੇ ਹਾਂ ਮੇਰੇ ਐਮਐਲਏ ਮੇਰੇ ਲੋਕ ਅਧਿਕਾਰ, ਜਿਹੜੇ ਵੀ ਸਰਕਾਰੀ ਡਿਪਾਰਟਮੈਂਟ 'ਚ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ, ਆਮ ਆਦਮੀ ਪਾਰਟੀ ਆ ਗਈ ਹੈ, ਖੈਰ ਉਹ ਆਪਣਾ ਕਾਰਜਗੁਜ਼ਾਰੀ ਚੰਗੀ ਤਰ੍ਹਾਂ ਕਰੇਗੀ, ਲੇਕਿਨ ਫਿਰ ਵੀ ਜਿੱਥੇ ਕਿਤੇ ਤੁਹਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਹੈ ਵੀ ਸਰਕਾਰੀ ਕਰਮਚਾਰੀ ਕੋਈ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਤੇ ਐਮਐਲਏ ਮੇਰੇ ਲੋਕ ਅਧਿਕਾਰ ਸੰਸਥਾ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਆਪਣੀ ਸਰਵਿਸ ਦੇਵਾਂਗੇ। ਬਾਕੀ ਜਿਹੜੇ ਨੇ ਵਕੀਲ ਹੋਣ ਦੀ ਗੱਲ, ਉਸ ਕਰਕੇ ਮੈਨੂੰ ਥੋੜਾ ਜਿਹਾ ਹੱਸੀ ਆ ਰਹੀ ਸੀਗੀ। ਵਕੀਲ ਨੂੰ ਤੇ ਬਹੁਤ ਜ਼ਿਆਦਾ ਗਿਆਨ ਹੁੰਦਾ ਕਾਨੂੰਨ ਦਾ, ਅਧਿਕਾਰਾਂ ਦਾ ਜ਼ਿਆਦਾ ਗਿਆਨ ਹੁੰਦਾ। ਆਮ ਲੋਕ ਜਿਹੜੇ ਸੜਕਾਂ ਤੇ ਜਾਂਦੇ ਪਏ, ਜਿਹੜੇ ਆਪਾਂ ਸੰਸਦ ਰਵਨੀਤ ਸਿੰਘ ਬਿੱਟੂ ਜੀ ਨੇ ਆਪਣੀ ਵੋਟ ਪਾਈ ਹੈ, ਉਹਦੀ ਵੈਲਿਊ ਸਾਨੂੰ ਜ਼ਿਆਦਾ ਪਤਾ ਆਮ ਲੋਕਾਂ ਨੂੰ। ਅੱਜ ਉਹ ਠੀਕ ਹੈ ਜੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਇਹ ਹੈਗੇ ਆ ਉਹ ਵਕੀਲ ਭਾਈਚਾਰਾ ਜਿਹੜੇ ਕਿ ਹੁਣ ਸਾਰਿਆਂ ਨੂੰ ਹੀ ਐਮਐਲਏ ਬਣਾਉਣ ਨੂੰ ਤੁਰੇ ਹੈ। ਆਮ ਆਦਮੀ ਪਾਰਟੀ ਦੇ ਜਿੱਥੇ ਐਮਐਲਏ ਬਣ ਗਏ ਪੰਜਾਬ ਦੇ ਵਿੱਚ, ਹੁਣ ਜਿਹੜੇ ਇਹ ਇੱਕ ਸਜਗ ਕਹਿ ਲਓ ਜਾਂ ਇੱਕ ਜਾਗਰੂਕ ਹੋ ਕੇ ਵਕੀਲ ਭਾਈਚਾਰਾ ਜਿਹੜਾ ਸਾਹਮਣੇ ਆਇਆ, ਤੇ ਇਹਨਾਂ ਨੇ ਇੱਕ ਜਿਹੜੀ ਪਾਰਟੀ ਬਣਾਈ ਹੈ ਜਾਂ ਐਨਜੀਓ ਬਣਾਈ ਹੈ ਮੇਰੇ ਲੋਕ ਅਧਿਕਾਰ, ਤੇ ਇਹਨਾਂ ਦਾ ਦਾਅਵਾ ਹੈ ਕਿ ਇਹ ਹੁਣ ਹਰ ਪਬਲਿਕ ਨੂੰ ਹੀ ਐਮਐਲਏ ਬਣਾ ਦੇਗੀ ਤਾਂ ਕਿ ਕਿਸੇ ਦੇ ਕੋਲ ਕਿਸੇ ਨੂੰ ਜਾਣਾ ਨਾ ਪਵੇ ਔਰ ਲੋਕ ਆਪਣੀ ਆਵਾਜ਼ ਆਪ ਚੱਕ ਸਕਣ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।